ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਸੱਚ ਗੁਰ ਕੇ ਚਰਨ ਹਿਰਦੈ ਪਰਵੇਸਾ ਗੁਰ ਕੇ ਚਰਨ ਹਿਰਦੈ ਪਰਵੇਸਾ ਗੁਰ ਕੇ ਹਿਰਦੈ ਪਰਵੇਸਾ ਗੁਰ ਕੇ ਚਰਨ 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 ਸੋਗ ਸਭ ਦੁਖ ਬਿਨਾਸੇ ਸੋਗ ਸਭ ਦੁਖ ਬਿਨਾਸੇ
उतरे सगल कलेसा। उतरे सगल कलेसा, के चरण हृदय परवेसा। के चरण हृदय परवेसा। के चरण हृदय परवेसा। के चरण हृदय परवेसा। के चरण जन्म जन्म के किल विख नासे। जन्म जन्म के किल विख नासे, कोट मज्जन स्नाना। कोट मज्जन स्नाना। नाम निदान गावत गुण गोविंद। नाम निदान गावत गुण गोविंद, लागो सहज ध्याना। लागो सहज ध्याना। के चरण हृदय परवेसा। के चरण हृदय परवेसा। हृदय परवेसा। के चरण हृदय परवेसा। के चरण रोग सोग सब दुख विनाशे, उतरे सगल कलेसा। उतरे सगल कलेसा। के चरण हृदय परवेसा। के चरण हृदय परवेसा। के चरण केर पाया अपना दस किनो।
हर केर पाया पूना दास कीनो बंधन तोर निरारे बंधन तोर निरारे जप जप नाम जीवा तेरी वाणी जप जप नाम जीवा तेरी वाणी नानक दास बलहारे नानक दास बलहारे के चरण हृदय पर विसा 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 के चरण रोग सोग सब दुख विनाशे उतरे सगल कलेसा उतरे सगल कलेसा के चरण हृदय पर विसा 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 के चरण के चरण के चरण वाहिगुरु गुरु नानक साहिब गुर के चरण हृदय पर विसा ਹਿਰਦੇ ਦੇ ਵਿੱਚ ਗੁਰੂ ਦੇ ਚਰਨਾਂ ਦਾ ਪ੍ਰਵੇਸ਼ ਹੋ ਜਾਣਾ। ਗੁਰੂ ਨਾਨਕ मेरा सुंदर पुरख सरगुण स्वरूप अंत सुंदर जिस दे गुण नेत नेत हन इतना सुंदर कि जोग माया भी
ਕਮਲੀ ਹੋ ਕੇ, ਲੋਟ ਪੋਟ ਹੋ ਕੇ, ਜਿਵੇਂ ਮਿਰਗ ਨੂੰ ਆਪਣੀ ਹੀ ਧੁਨੀ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ। ਜਦੋਂ ਮਿਰਗ ਖੜਾ ਹੁੰਦਾ ਹੈ ਨਾ, ਪਿੱਛੋਂ ਹਵਾ ਦਾ ਬੁੱਲਾ ਆਉਂਦਾ ਹੈ, ਧੁਨ ਦੇ ਨਾਲ ਟਕਰਾ ਕੇ ਜਿਸ ਵੇਲੇ ਉਸ ਦੀ ਬਾਸ਼ਨਾ ਨੂੰ ਨਾਲ ਲੈ ਕੇ ਨੱਕ ਨੂੰ ਸੁਗੰਧ ਆਉਂਦੀ ਹੈ, ਤਾਂ ਫਿਰ ਕਵਾੜ ਖੁੱਲ ਜਾਂਦੇ ਹੈ। ਰਹਿ ਨਹੀਂ ਸਕਦਾ, ਇਹ ਖੁਸ਼ਬੂ ਕਿੱਥੋਂ ਆਉਂਦੀ ਹੈ। ਇੱਕ ਦੋ ਵਾਰੀ ਖੁਸ਼ਬੂ ਆਉਣ ਤੋਂ ਬਾਅਦ ਜਿਸ ਵੇਲੇ ਉਹ ਬੁੱਲਾ ਬੰਦ ਹੋ ਜਾਂਦਾ ਹੈ ਹਵਾ ਦਾ, ਤੇ ਮਿਰਗ ਫਿਰ ਭੱਜਦਾ ਹੈ ਉਸ ਨੂੰ ਲੱਭਣ ਵਾਸਤੇ ਵੀ ਇਹ ਖੁਸ਼ਬੂ ਕਿੱਥੋਂ ਆਈ, ਕਿਉਂਕਿ ਉਸ ਦੇ ਮਨ ਪਸੰਦ ਖੁਸ਼ਬੂ ਹੈ, ਉਸ ਦੀ ਖੁਰਾਕ ਹੈ, ਹਿਰਦੇ ਦੀ ਆਤਮਾ ਦੀ ਖੁਰਾਕ ਹੈ। ਭੱਜਿਆ ਫਿਰਦਾ ਅੱਜ ਭੱਜ ਕੇ ਦੌੜ ਦੌੜ ਕੇ ਮਰ ਕਿਉਂ ਨਹੀਂ ਜਾਂਦਾ? ਪਰ ਦੌੜਨੋਂ ਨਹੀਂ ਹਟਦਾ, ਡਿੱਗ ਪੈਂਦਾ, ਫਿਰ ਉੱਠਦਾ, ਬੁੱਲਾ ਵਗਦਾ ਹਵਾ ਦਾ, ਫਿਰ ਸੁਗੰਧ ਆਉਂਦੀ ਹੈ, ਲੱਤਾਂ ਇਤਨੀਆਂ ਥੱਕ ਜਾਂਦੀਆਂ, ਡਿੱਗ ਡਿੱਗ ਕੇ ਟੁੱਟ ਜਾਂਦੀਆਂ, ਉੱਠਣ ਦੀ ਵੀ ਸਮਰੱਥਾ ਨਹੀਂ ਰਹਿੰਦੀ। ਕਿੰਨੇ ਕਿੰਨੇ ਦਿਨ ਲੰਘ ਜਾਂਦੇ ਹੈ ਕੁਝ ਖਾਤਿਆਂ ਪੀਤਿਆਂ ਬਿਨਾਂ, ਤਾਂ ਫਿਰ ਮਰਨਾ ਹੀ ਹੈ ਨਾ। ਜਿਸ ਵੇਲੇ ਉਸ ਦੇ ਦਮ ਘੁੱਟਣ ਲੱਗਦੇ ਹੈ, ਚੱਕਰ ਆਉਂਦਾ ਹੈ ਉਸ ਨੂੰ, ਤਾਂ ਫਿਰ ਪ੍ਰਾਣ ਜਿਸ ਵੇਲੇ ਨਿਕਲਣ ਤੇ ਆਉਂਦੇ ਹੈ, ਧੌਣ ਕੁਦਰਤ ਦੇ ਨੇਮ ਅਨੁਸਾਰ ਆਪਣੇ ਆਪ ਪਿੱਛੇ ਧੁਨ ਦੇ ਪਾਸ ਡਿੱਗ ਪੈਂਦੀ ਹੈ, ਟੁੱਟ ਜਾਂਦੀ ਹੈ ਧੌਣ। ਉਸ ਨਾਪੇ ਦੇ ਉੱਪਰ ਜਿਸ ਵੇਲੇ ਉਸ ਦਾ ਨੱਕ ਆਉਂਦਾ, ਬਸ ਪ੍ਰਾਣ ਪੂਰੇ ਹੋ ਜਾਂਦੇ। ਅੰਦਰੋਂ ਤਾਂ ਇਹੀ ਸੋਚਦਾ, ਖੁਸ਼ ਹੁੰਦਾ, ਇਹੋ ਤਾਂ ਚਾਹੀਦਾ ਸੀ। ਪਰ ਇਹ ਚਾਹੀਦਾ ਜ਼ਰੂਰ ਸੀ, ਪਰ ਇਤਨਾ ਗਿਆਨ ਨਾ ਹੋਇਆ ਕਿ ਇਹ ਬਾਸ਼ਨਾ ਤਾਂ ਮੇਰੀ ਹੀ ਧੁਨ ਦੇ ਵਿੱਚੋਂ ਪ੍ਰਗਟ ਹੁੰਦੀ ਹੈ। ਮੈਂ ਦੌੜਿਆ ਫਿਰਦਾ ਕਿੱਧਰ ਕਿੱਧਰ, ਕਿਉਂ ਨਾ ਆਨੰਦ ਲਿਆ ਆਪਣੀ ਹੀ ਧੁਨ ਦਾ। ਬਸ ਚਰਨਾਂ ਦਾ ਨਿਵਾਸ ਵੀ ਸਾਡੇ ਅੰਦਰ ਇਸੇ ਤਰ੍ਹਾਂ ਹੈ। ਜਿਸ ਨੂੰ ਇਹ ਖੁਸ਼ਬੂ ਆ ਗਈ, ਉਹ ਫਿਰ ਰਹਿ ਨਹੀਂ ਸਕਦਾ। ਜੋਗ ਮਾਇਆ ਤਾਂ ਭੁਲਾਉਂਦੀ ਹੈ, ਆਪ ਵੀ ਲੋਟ ਪੋਟ ਹੋਈ ਪਈ ਹੈ। ਗੁਰੂ ਨਾਨਕ ਦੇ ਚਰਨ ਇਹ ਖੁਸ਼ਬੂ ਮਾਣ ਮਾਣ ਕੇ, ਇਤਨੀ ਵੱਡੀ ਸਮਰੱਥਾ ਵਾਲੀ, ਜੋ ਸਾਰੇ ਸੰਸਾਰ ਨੂੰ ਚਲਾ ਰਹੀ ਹੈ, ਆਪਣੇ ਬਸ ਵਿੱਚ ਕੀਤਾ ਹੋਇਆ ਹੈ, ਪਰ ਆਪ ਉਸ ਅਕਾਲ ਪੁਰਖ ਦੇ ਹੁਕਮ ਦੇ ਭੈ ਅੰਦਰ ਵਸਦੀ ਹੈ। ਉਹ ਅਪਾਰ ਹੈ, ਉਹ ਮਾਲਕ ਹੈ। ਖੁਸ਼ਬੂ ਆਉਂਦੀ ਹੈ ਉਸ ਨੂੰ ਹਰ ਇੱਕ ਦੇ ਹਿਰਦੇ ਦੇ ਵਿੱਚੋਂ। ਪਰ ਜਿਸ ਵੇਲੇ ਉਹ ਕਿਸੇ ਪ੍ਰਾਣੀ ਦੇ ਨੇੜੇ ਆਉਂਦੀ ਹੈ, ਕਿਉਂਕਿ ਉਹਦੇ ਆਪਣੇ ਬਣਾਏ ਹੋਏ ਨੇ, ਇਹ ਨਾਪਾ ਵੀ ਉਸ ਦਾ ਹੀ ਹੈ। ਜਿਸ ਵੇਲੇ ਨੇੜੇ ਆਉਂਦੀ ਹੈ, ਤਾਂ ਫਿਰ ਪ੍ਰਾਣੀ ਦੇ ਅੰਦਰੋਂ ਉੱਠਦੀ ਹੈ ਬਦਬੂ
ਕਿਸ ਗੱਲ ਦੀ? ਮੈਨੂੰ ਆ ਚਾਹੀਦਾ, ਮੈਨੂੰ ਆ ਚਾਹੀਦਾ, ਜੇ ਮੇਰੇ ਤੇ ਕਿਰਪਾ ਹੋ ਜਾਵੇ। ਹੇ ਲక్ష్ਮੀ, ਹੇ ਮਾਇਆ, ਹੇ ਜੋਗ ਮਾਇਆ, ਭਰਪੂਰ ਕਰ ਦੇ ਮੈਨੂੰ। ਪਿੱਛੇ ਹਟ ਜਾਂਦੀ। ਪਰ ਜਿੱਥੇ ਪ੍ਰਗਾਸ਼ ਹੈ ਨਾ, ਚਰਨ ਪ੍ਰਵੇਸ਼ ਕਰ ਗਏ ਤੇ ਹਿਰਦਾ ਪ੍ਰਗਾਸ਼ ਹੋ ਗਿਆ, ਜੋਗ ਮਾਇਆ ਵੀ ਉਸ ਦੇ ਵੱਲ ਹੋ ਕੇ ਆਪ ਆਨੰਦ ਮਾਣਦੀ ਹੈ। ਜੀਵ ਵੀ ਆਨੰਦ ਮਾਣਦਾ ਹੈ, ਪਰ ਜਿੰਨਾ ਚਿਰ ਗੁਰੂ ਨਹੀਂ ਨਾ ਮਿਲਦਾ, ਜਿੰਨਾ ਚਿਰ ਕੋਈ ਬਾਂਹ ਪਕੜ ਕੇ ਗਿਆਨ ਨਹੀਂ ਬਖਸ਼ਦਾ, ਉਹਨਾਂ ਚਿਰ ਤਾਂ ਮਿਰਗ ਤ੍ਰਿਸ਼ਨਾ, ਮਿਰਗ ਦੇ ਵਾਂਗ ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਨਹੀਂ ਜਾਣਦਾ ਵਿਚਾਰਾ ਕਿ ਖੁਸ਼ਬੂ ਤਾਂ ਮੇਰੇ ਅੰਦਰੋਂ ਹੀ ਆ ਰਹੀ ਹੈ। ਦੌੜਦਾ ਹੈ, ਭੱਜਦਾ ਹੈ, ਭਰਮਾਂ ਦੇ ਵਿੱਚ ਪੈਂਦਾ ਹੈ, ਭੁੱਲ ਭੁੱਲ ਜਾਂਦਾ ਹੈ। ਇਹੀ ਹਾਲ ਹੈ ਪ੍ਰਾਣੀ ਦਾ। ਪਰ ਜਿਹੜੇ ਭਗਤ ਨੇ, ਜਪਣ ਵਾਲੇ ਨੇ, ਉਹਨਾਂ ਦੇ ਅੰਦਰ ਇਹ ਬਿਖੈ ਬਿਖੈ ਦੀਆਂ ਵਾਸ਼ਨਾ ਨਹੀਂ। ਉਹ ਕਿਸੇ ਵੀ ਨਿੰਦਿਆ ਚੁਗਲੀ ਦੇ ਵਿੱਚ ਨਹੀਂ ਆਉਂਦੇ। ਉਹਨਾਂ ਦੇ ਕੋਲ ਇੱਕੋ ਹੀ ਹਥਿਆਰ ਹੈ ਇਸ ਤੋਂ ਬਚਣ ਦਾ। ਬਚਣਾ ਵੀ ਪੈਂਦਾ ਹੈ। ਇੱਕੋ ਹਥਿਆਰ ਹੈ ਤੇ ਇੱਕ ਢਾਲ ਹੈ ਬੜੀ ਵੱਡੀ। ਜੇ ਆਪੂ ਹਥਿਆਰ ਨਾ ਚੱਲ ਸਕੇ, ਦੂਸਰਾ ਵਾਰ ਕਰੇ, ਤਾਂ ਭਗਤਾਂ ਦੇ ਪਾਸ ਬੜੀ ਵੱਡੀ ਸੰਜੋ ਹੈ, ਢਾਲ ਹੈ ਉਸ ਨੂੰ ਰੋਕਣ ਵਾਸਤੇ। ਉਹ ਹੈ ਖਾਕ, ਗੁਰਚਰਨਾਂ ਦੀ ਖਾਕ ਤੇ ਨਿਮਰਤਾ ਤੇ ਨਿਮਾਣੇ ਹੋਣ ਦਾ ਹਥਿਆਰ। ਸੁੱਟ ਦਿੰਦਾ ਹੈ ਹੇਠਾਂ। ਪੰਜਵੇਂ ਪਾਤਸ਼ਾਹ ਨੇ ਤਾਂ ਇੱਥੋਂ ਤੱਕ ਦੱਸਿਆ ਕਿ ਸ਼ਾਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ। ਤਿੱਖੇ ਸ਼ਾਸਤਰ ਭਾਵੇਂ ਕੱਟ ਵੀ ਦੇਣ, ਮਨ ਤੇ ਰੱਤੀ ਜਿੰਨਾ ਦੋਸ਼ ਨਹੀਂ। ਪੁੱਛੋ ਕਿਸਨੇ ਮਾਰੇ? ਹੱਸਦਾ ਹੈ। ਕਿਸਨੇ ਮਾਰਨੇ ਨੇ? ਕੌਣ ਮਾਰ ਸਕਦਾ ਹੈ? ਇਹ ਤਾਂ ਪ੍ਰਭੂ ਦੀ ਲੀਲਾ ਹੈ। ਉਸ ਦੀ ਲੀਲਾ ਵਿੱਚ ਪ੍ਰਸੰਨ ਰਹਿੰਦੇ ਨੇ ਭਗਤ। ਪਰਵਾਹ ਨਹੀਂ ਕਰਦੇ ਕਿਸੇ ਦੀ। ਪਰ ਇੱਕ ਗੁਣ ਬਹੁਤ ਵੱਡਾ ਜਿਹੜਾ ਪ੍ਰਭੂ ਦੇ ਨੇੜੇ ਲੈ ਕੇ ਜਾਂਦਾ ਹੈ ਨਾ, ਕਿ ਹਿਆਓ ਨਾ ਕਾਹੇ ਠਹੀਦਾ, ਵੀ ਕਿਸੇ ਦੇ ਹਿਰਦੇ ਨੂੰ ਢਾਹ ਨਾ ਲੱਗੇ। ਜੇ ਤਉ ਪ੍ਰਿਆ ਕੀ ਸਿੱਕ, ਜੇ ਤੈਨੂੰ ਆਪਣੇ ਪ੍ਰਭੂ ਦੇ ਮਿਲਣ ਦੀ ਇੱਛਾ ਹੈ ਨਾ, ਫਿਰ ਦੂਜਿਆਂ ਦੇ ਹਿਰਦੇ ਨੂੰ ਢਾਹ ਨਾ ਲਾਈ। ਇਹ ਸਾਰੇ ਅਮੋਲ ਨੇ, ਹੀਰੇ ਮੋਤੀ ਨੇ, ਪ੍ਰਭੂ ਇਹਨਾਂ ਦੇ ਵਿੱਚ ਵੀ ਵਸਦਾ ਹੈ। ਸੋ ਗਰੀਬੀ ਗਦਾ ਹਮਾਰੀ, ਇਹ ਸਭ ਤੋਂ ਵੱਡੀ ਗਦਾ ਹੈ ਨਿਮਰਤਾ ਦੀ, ਗਰੀਬੀ ਦੀ। ਭਗਤੀ ਮਾਰਗ ਦੇ ਵਿੱਚ ਜੇ ਤੂੰ ਆਨੰਦ ਲੈਣਾ ਤਾਂ ਫਿਰ ਪ੍ਰਭੂ ਦੀ ਲੀਲਾ ਸਮਝ, ਇਸ ਨੂੰ ਪਛਾਣ।
ਇਹ ਜੋ ਕੁਝ ਵੀ ਤੇਰੇ ਆਲੇ ਦੁਆਲੇ ਜਿਸ ਨੂੰ ਤੂੰ ਦੋਖੀ ਮੰਨਦਾ ਹੈ, ਸ਼ਾਇਦ ਰੱਖਿਅਕ ਹੋਣ, ਪ੍ਰਭੂ ਨੇ ਲਾਏ ਹੋਏ ਨੇ। ਹਰ ਕੋਈ ਇਹ ਗੱਲ ਸਮਝੇ, ਕਿਸੇ ਇੱਕ ਦੇ ਲਈ ਨਹੀਂ, ਸਾਰਿਆਂ ਦੇ ਲਈ। ਨਿੰਦਿਆ ਕਰਨ ਵਾਲਾ, ਚੁਗਲੀ ਕਰਨ ਵਾਲਾ, ਪਾਪ ਕਰਨ ਵਾਲਾ ਪਾਪ ਕਰਦਾ ਹੈ। ਵਿਚਾਰੇ ਜਾਂਦੇ ਨੇ, ਵਿਚਾਰਾਂ ਹੁੰਦੀਆਂ ਨੇ, ਭਗਤ ਕਰਦੇ ਨੇ, ਪਰ ਮਨ ਦੇ ਉੱਪਰ ਨਹੀਂ ਲਾਉਂਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮਨ ਤਾਂ ਮਸਾਂ ਹੀ ਸ਼ੁੱਧ ਕੀਤਾ ਹੈ ਗੁਰੂ ਨੇ, ਤੇ ਮੈਂ ਇਸ ਦੇ ਉੱਪਰ ਫੇਰ ਮੈਲ ਚੜਾਵਾਂ। ਕਿਉਂ ਮੈਲ ਚਾੜਾਂ ਇਸ ਦੇ ਉੱਪਰ? ਇੰਨਾ ਨਿਰਮਲ ਕਰ ਦਿੱਤਾ ਹੈ ਪ੍ਰਭੂ ਨੇ, ਬਿਮਲ ਮਤ ਕਰ ਦਿੱਤੀ ਹੈ, ਮੈਂ ਫਿਰ ਮੈਲ ਕਰਾਂ ਤੇ ਫਿਰ ਕਿੰਨਾ ਚਿਰ ਲੱਗੇਗਾ। ਪ੍ਰਭੂ ਨੂੰ ਪ੍ਰਸੰਨ ਕਰਨ ਵਾਸਤੇ ਗੁਰੂ ਵੀ ਤਾਂ ਨਾਰਾਜ਼ ਹੋ ਸਕਦਾ ਹੈ, ਉਹ ਵੀ ਪਾਸਾ ਫੇਰ ਸਕਦਾ ਹੈ। ਕਿਉਂ? ਉਸਨੇ ਮਿਹਨਤ ਕੀਤੀ ਹੁੰਦੀ ਹੈ ਸੇਵਕ ਦੇ ਉੱਪਰ। ਭਗਤਾਂ ਦੀਆਂ ਪਿਛਲੀਆਂ ਸਾਖੀਆਂ ਤੇ ਉਹਨਾਂ ਦੇ ਜੀਵਨ ਨੂੰ ਲੈ ਕੇ ਵੇਖੀਏ, ਇਹ ਤਾਂ ਕੁਝ ਵੀ ਨਹੀਂ। ਅਸੀਂ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਪਰ ਪਰੇਸ਼ਾਨ ਹੋ ਜਾਂਦੇ ਹਾਂ। ਬਾਬਾ ਆਨੰਦ ਸਿੰਘ ਜੀ ਮਹਾਰਾਜ ਝੋਲਣਾ ਗੜਬਾ ਲੈ ਕੇ ਬਾਹਰ ਨੂੰ ਚੱਲੇ, ਕੁਦਰਤੀ ਕੱਲੇ, ਤੇ ਦੋ ਮਨਮੁਖ ਤਿੰਨ ਰਸਤੇ ਵਿੱਚ ਮਿਲ ਗਏ। ਬੜੀ ਨਿੰਦਿਆ ਕਰਦੇ ਸੀ, ਬੜੀ ਨਿੰਦਿਆ ਕਰਦੇ ਸੀ, ਪਰ ਬਾਬਾ ਜੀ ਜਪਦੇ ਜਾਂਦੇ ਨੇ, ਵਾਹਿਗੁਰੂ ਗੁਰੂ ਨਾਨਕ ਸਾਹਿਬ, ਵਾਹਿਗੁਰੂ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਤੁਰੇ ਵੀ ਜਾ ਰਹੇ ਨੇ ਫਟਾਫਟ। ਬਰਾਬਰ ਜਿਸ ਵੇਲੇ ਆਏ ਤਾਂ ਉਹਨਾਂ ਨੇ ਜਿਹੜੇ ਕਬੂਲ ਬਚਨ ਗੁਰੂਦੇਵ ਨੂੰ ਬੋਲੇ, ਉਹ ਦੁਹਰਾਉਣ ਦੇ ਯੋਗ ਨਹੀਂ ਸੰਗਤ ਵਿੱਚ। ਆਪੇ ਹੀ ਸਮਝ ਲਓ ਕਿ ਨਿੰਦਕ ਕੀ ਕੁਝ ਕਹਿੰਦਾ ਹੁੰਦਾ ਹੈ। ਪਰ ਬਾਬਾ ਜੀ ਬੇਪਰਵਾਹ ਖੜੇ ਨਹੀਂ, ਪਰ ਉਹ ਮਗਰ ਲੱਗ ਪਏ। ਜਿਸ ਵੇਲੇ ਮਗਰ ਲੱਗ ਪਏ ਤੇ ਮਗਰ ਤੱਕ ਕੇ ਵੀ ਨਹੀਂ ਦੇਖਿਆ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਰਦੇ ਜਾਂਦੇ। ਸੁੱਟਣ ਦੀ ਕੋਸ਼ਿਸ਼ ਕੀਤੀ, ਹੱਥ ਵਿੱਚ ਖੂੰਡੀ ਸੀ ਮਨਮੁਖ ਦੇ। ਉਸਨੇ ਆਖਿਆ ਗਲਾਵੇਂ ਵਿੱਚ ਪਾ ਕੇ ਪਿੱਛੇ ਸੁੱਟ ਲਵਾਂ ਤੇ ਖੂਬ ਕਟਾਪਾ ਚਾੜੀਏ, ਕਿਉਂਕਿ ਮਨਮੁਖਾਂ ਨੂੰ ਸੰਗਤ ਨਹੀਂ ਪਾਉਂਦੀ। ਹੰਸ ਉਡਰ ਕੋਦਰੇ ਪਿਆ, ਲੋਕ ਵਿਡਾਰਨ ਜਾਹੇ। ਹੰਸ ਤਾਂ ਉੱਡ ਕੇ ਕੋਦਰਿਆਂ ਦੇ ਖੇਤ ਵਿੱਚ ਆ ਬੈਠੇ, ਵਿਚਾਰੇ ਥੱਕ ਗਏ ਸੀ। ਜਾਂ ਮਾਨੋ ਉਹਨਾਂ ਦੇ ਮਨ ਵਿੱਚ ਪਰਉਪਕਾਰ ਆ ਗਿਆ ਵੀ ਗਰੀਬਾਂ ਦਾ ਝੋਨਾ ਹੈ, ਕਿਸੇ ਦਾ ਕਨਾਲ, ਕਿਸੇ ਦਾ 2 ਕਨਾਲ, ਕਿਸੇ ਦੇ 2 ਕਿੱਲੇ 4 ਕਿੱਲੇ। ਬਈ ਚਲੋ ਇੱਥੇ ਬੈਠ ਜਾਂਦੇ ਹੈ, ਕੁਝ ਮੋਤੀ ਉਗਲਸਾਂਗੇ, ਇਹਨਾਂ ਵਿਚਾਰਿਆਂ ਨੂੰ ਲੱਭ ਜਾਣਗੇ ਤੇ ਸੁਖ ਮਾਨਣਗੇ। ਪਰ ਲੋਕ ਵਿਡਾਰਨ ਜਾਏ। ਲੋਕਾਂ ਨੇ ਡਲੇ ਚੁੱਕ ਲਏ, ਸੋਟੀਆਂ ਚੁੱਕ ਲਈਆਂ, ਗਲੇਲੇ ਚੁੱਕ ਲਏ, ਮਾਰੋ ਮਾਰੋ। ਇਹ ਕਿਹੜੇ ਜਾਨਵਰ ਉਤਰੇ ਆਏ, ਚਿੱਟੇ ਚਿੱਟੇ, ਝੋਨੇ ਦਾ ਨੁਕਸਾਨ ਕਰਨਗੇ। ਉਡਾਓ ਬਈ ਇਹਨਾਂ ਨੂੰ, ਭਜਾਓ। ਲੋਕ ਵਿਡਾਰਨ ਜਾਏ, ਉਡਾਉਣ ਵਾਸਤੇ ਇਕੱਠੇ ਹੋ ਗਏ। ਹੰਸ ਵੀ ਪੂਰੀਆਂ ਡਾਰਾਂ ਵਿੱਚ
ਵੀਹ ਦੀਆਂ ਕਿੰਨੀਆਂ ਹੀ ਡਾਰਾਂ। ਉਹਨਾਂ ਨੂੰ ਪਤਾ ਹੀ ਕੋਈ ਨਹੀਂ ਵੀ ਕੋਈ ਡਲੇ ਢੀਮਾ ਵੀ ਮਾਰਦਾ ਹੁੰਦਾ, ਗਲੇਲੇ ਵੀ ਮਾਰਦਾ ਹੁੰਦਾ। ਵਿਚਾਰੇ ਉਹਨਾਂ ਨੂੰ ਕੀ ਪਤਾ ਹੈ ਵੀ ਕੋਈ ਮਾਰਦਾ ਵੀ ਹੁੰਦਾ ਪੰਛੀਆਂ ਨੂੰ। ਬੈਠੇ ਰਹੇ, ਖੁਸ਼ ਹੁੰਦੇ ਰਹੇ, ਮੋਤੀ ਸੁੱਟਦੇ ਰਹੇ। ਉਗਲਾਸੇ ਲਾਲ ਕਈਆਂ ਨੇ। ਪ੍ਰਭੂ ਦਾ ਹੁਕਮ ਹੋਇਆ ਵੀ ਇਹ ਜ਼ਿਆਦਾ ਗਰੀਬ ਹੈ, ਇੱਥੇ 2 ਲਾਲ ਹੋਰ ਸੁੱਟ ਦੇ। ਪਰ ਲੋਕ ਵਿਡਾਰਨ ਜਾਏ, ਗਹਿਲਾ ਲੋਕ ਨ ਜਾਣੇ। ਮੂਰਖ ਲੋਕ ਨਹੀਂ ਜਾਣਦੇ ਕਿ ਹੰਸ ਨਾ ਕੋਦਰਾ ਖਾਏ। ਵੀ ਮੂਰਖੋ, ਹੰਸ ਅੰਨ ਨਹੀਂ ਖਾਂਦੇ, ਕੋਦਰਾ ਨਹੀਂ ਖਾਂਦੇ। ਇਹ ਤਾਂ ਮਾਨ ਸਰੋਵਰ ਦੇ ਉੱਪਰ ਜਾ ਕੇ ਮੋਤੀ ਚੁਗਦੇ ਨੇ, ਹੀਰੇ ਚੁਗਦੇ ਨੇ ਤੇ ਲਾਲ ਉਗਲਸਦੇ ਨੇ। ਕੀ ਪਤਾ ਵਿਚਾਰਿਆਂ ਨੂੰ, ਮੂਰਖ ਨੇ ਨਾ, ਗਿਆਨ ਨਹੀਂ। ਸੋ ਖੁੰਡੀ ਪਾ ਕੇ ਲੱਗਿਆ ਸੁੱਟਣ, ਪਰ ਨਾਲ ਨਹੀਂ ਰਲ ਹੋਇਆ। ਦੂਜੀ ਵਾਰੀ ਫੇਰ ਕੋਸ਼ਿਸ਼ ਕੀਤੀ, ਭੱਜ ਕੇ ਨਾਲ ਰਲੇ। ਪਰ ਜਿਸ ਵੇਲੇ ਰਲੇ ਤੇ ਫਿਰ ਖੁੰਡੀ ਪਾਉਣ ਦੀ ਕੋਸ਼ਿਸ਼ ਕਰੇ ਤੇ ਬਾਬਾ ਜੀ ਅੱਗੇ 20-30 ਫੁੱਟ ਦਿਸਣ। 3 ਵਾਰ ਕੋਸ਼ਿਸ਼ ਕੀਤੀ, ਅੰਦਰ ਭੈ ਵੀ ਹੋ ਗਿਆ ਵੀ ਹੈ ਕਰਾਮਾਤ। ਮਸਾਂ ਨਾਲ ਰਲੀਦਾ ਤੇ ਇੱਕ ਅੱਖ ਦੇ ਫਰਕ ਵਿੱਚ 20-30 ਫੁੱਟ ਅੱਗੇ ਕਿਵੇਂ ਹੋ ਜਾਂਦੇ। ਬੋਲ ਬਾਲ ਕੇ ਟਲ ਗਏ। ਬਾਬਾ ਜੀ ਬੇਪਰਵਾਹ, ਜਿੱਥੋਂ ਤੱਕ ਜਾਣਾ ਸੀ, ਸੈਰ ਕਰਨੀ ਸੀ, ਕਰਕੇ ਵਾਪਸ ਉਹਨੇ ਪੈਰੀ ਉਸੇ ਤਰ੍ਹਾਂ ਆ ਗਏ। ਆਲੇ ਦੁਆਲੇ ਕੋਈ ਖੇਤਾਂ ਵਿੱਚ ਵੇਖਦਾ ਸੁਣਦਾ ਸੀ, ਉਸਨੇ ਡੇਰੇ ਆ ਕੇ ਦੱਸ ਦਿੱਤਾ। ਬਾਬਾ ਰਤਨ ਸਿੰਘ ਤੇ ਹੋਰ ਪ੍ਰਮੁੱਖ ਸੇਵਕ ਸਨ। ਹੁਣ ਇਹ ਤਾਂ ਸਨ ਬੜੇ ਗਰਮ ਸੁਭਾਅ ਦੇ, ਇਹ ਵੀ ਜੱਟ ਸੀ। ਬਾਬਾ ਜੀ ਜਿਸ ਵੇਲੇ ਮੁੜ ਕੇ ਆਏ, ਉਹਨਾਂ ਨੂੰ ਪਤਾ ਦੱਸ ਦਿੱਤਾ ਕਿਸੇ ਨੇ, ਤਾਂ ਉਹ ਤਾਂ ਡਾਂਗਾ ਲੈ ਕੇ ਖੜੇ। ਬਾਬਾ ਜੀ ਕਹਿਣ ਲੱਗੇ, ਕੀ ਗੱਲ ਹੈ ਬਈ, ਐਨੇ ਰੋਹ ਦੇ ਵਿੱਚ ਖੜੇ ਹੋ? ਅਖੇ ਮਹਾਰਾਜ ਬਸ ਹੁਕਮ ਦਿਓ ਸਾਨੂੰ। ਬਾਬਾ ਜੀ ਕਹਿੰਦੇ, ਮੂਰਖ ਨਾ ਬਣੋ, ਮੂਰਖ ਨਾ ਬਣੋ। ਉਹ ਤਾਂ ਮੂਰਖ ਹੈ ਹੀ ਨਾ ਬਈ, ਇਹ ਪ੍ਰਭੂ ਦੀ ਲੀਲਾ ਹੈ, ਗੁਰੂ ਨਾਨਕ ਦੀ ਲੀਲਾ ਹੈ। ਉਹ ਵੀ ਗੁਰੂ ਨਾਨਕ ਨੇ ਬਣਾਏ ਨੇ। ਉਹਨਾਂ ਦਾ ਕੰਮ ਹੈ ਟੁਚਰਾਂ ਕਰਨੀਆਂ, ਨਿੰਦਿਆ ਕਰਨੀ, ਚੁਗਲੀ ਕਰਨੀ ਉਹਨਾਂ ਦੀ ਖੁਰਾਕ ਹੈ। ਡੱਡ ਬੱਗਾ ਡੱਡਾਂ ਭਾਲਣ ਜਾਹੇ। ਬਗ ਜਿਹੜਾ ਨਾ ਬਗਲਾ, ਉਹ ਡੱਡਾ ਭਾਲੇਗਾ, ਉਹਦੀ ਖੁਰਾਕ ਹੈ ਨਿੰਦਿਆ ਡੱਡਾਂ ਨੇ। ਛੱਪੜ 'ਚ ਰਹਿੰਦੀਆਂ ਨੇ ਗੰਦਗੀ ਵਿੱਚ, ਤੇ ਛੱਪੜ ਹੈ ਉਹਨਾਂ ਦੀ ਬੁੱਧੀ। ਤੁਸੀਂ ਕਿਉਂ ਘਬਰਾਉਂਦੇ ਹੋ? ਖਬਰਦਾਰ, ਰੱਤੀ ਜਿੰਨਾ ਵੀ ਰੋਸ਼ ਨਹੀਂ, ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ। ਪਰ ਫਿਰ ਕਿਤਨਾ ਵੱਡਾ ਗੁਣ ਹੈ ਕਿ ਅਰਦਾਸ ਕੀਤੀ ਆ ਕਿ ਹੇ ਗੁਰੂ ਨਾਨਕ ਸੱਚੇ ਪਾਤਸ਼ਾਹ, ਇਹਨਾਂ ਨੂੰ ਵੀ ਸਿੱਧੇ ਰਸਤੇ ਪਾ। ਇਹ ਵੀ ਮੇਰੇ ਨਾਲ ਬੈਠ ਕੇ ਤੇਰੇ ਚਰਨਾਂ ਦਾ ਧਿਆਨ ਕਰਨ। ਇਹ ਮਨੁੱਖ ਇਨਸਾਨੀਅਤ ਤੋਂ ਵੀ ਹੇਠਾਂ ਡਿੱਗ ਪਏ ਨੇ, ਮਾਨਸ ਦੇ ਪਾ ਕੇ ਇਹਨਾਂ ਨੂੰ ਦੇਵਤੇ ਬਣਾ ਲੈ। ਗੁਣ ਹੈ ਭਗਤੀ ਦਾ। ਇੰਜ ਦਾ ਸੁਭਾਅ ਬਣ ਜਾਵੇ, ਦੁਖੀ ਤਾਂ ਨਹੀਂ ਹੁੰਦਾ ਬੰਦਾ ਕੋਈ, ਤੇ ਫਿਰ ਸੰਗਤ ਕਰਨ ਵਾਲਾ। ਕਈ ਤਾਂ ਬਿਲਕੁਲ ਹੀ ਮਨਮੁਖ ਨੇ। ਸਤਿਗੁਰੂ ਜੀ ਕਹਿੰਦੇ ਆ, ਉਹਨਾਂ ਤੋਂ ਤਾਂ ਲੈਣਾ ਹੀ ਕੀ ਹੈ ਆਪਾਂ ਨੇ। ਜੋ ਪ੍ਰਭ ਕੀਨੇ ਭਗਤ ਤੇ ਬਾਹਜ,
ਤੈਨੂੰ ਤੇ ਸਦਾ ਡਰਾਨੇ ਰਹੀਏ। ਜੇ ਡਰਨਾ ਹੀ ਹੈ ਨਾ ਤਾਂ ਉਹਨਾਂ ਤੋਂ ਡਰ, ਵੀ ਜਿਹੜੇ ਸੰਗਤ ਵਿੱਚ ਹੀ ਨਹੀਂ ਕਦੇ ਆਏ ਸੱਚੇ ਪਾਤਸ਼ਾਹ, ਉਹਨਾਂ ਤੋਂ ਦੂਰ ਰੱਖੀ। ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਜਿਹੜੇ ਸਾਕਤ ਨੇ, ਅਜਾਏ ਬੋਲ ਬੋਲਦੇ ਨੇ, ਇਹਨਾਂ ਤੋਂ ਦੂਰ ਰੱਖੀ। ਪਰ ਜਿਹੜੇ ਤੇਰੇ ਦਰ ਦੀ ਸੰਗਤ ਕਰਦੇ ਨੇ, ਤੇਰੇ ਬਣ ਚੁੱਕੇ ਨੇ, ਜੇ ਉਹ ਕੁਮਾਰਗ ਵਿੱਚ ਫਸ ਗਏ ਕਿਸੇ ਕਾਰਨ, ਪਰ ਉਹਨਾਂ ਤੇ ਮਿਹਰ ਕਰ, ਉਹਨਾਂ ਨੂੰ ਵੀ ਬੈਠਾ ਮੇਰੇ ਨਾਲ, ਬੁੱਧੀ ਬਖਸ਼ ਉਹਨਾਂ ਨੂੰ, ਨਿਰਮਲ ਕਰ ਉਹਨਾਂ ਦੀ ਵੀ ਬੁੱਧੀ, ਉਹ ਵੀ ਨਾਮ ਜਪਣ, ਉਹਨਾਂ ਦੇ ਹਿਰਦੇ ਵਿੱਚ ਵੀ ਤੇਰੇ ਚਰਨਾਂ ਦਾ ਪ੍ਰਗਾਸ਼ ਹੋ ਜਾਵੇ। ਸੰਗੀ ਸਾਥੀ ਸਗਲ ਤਰਾਈ, ਜਿਹੜੇ ਸੰਗੀ ਨੇ, ਜਿਹੜੇ ਸਾਥੀ ਨੇ ਮੇਰੇ ਗੁਰੂ ਦੇ, ਇੱਕ ਗੁਰੂ ਵਾਲੇ ਸਾਥੀ ਹੁੰਦੇ ਨੇ, ਸੰਗੀ ਹੁੰਦੇ ਨੇ, ਮਨਮੁਖ ਨਹੀਂ ਹੁੰਦੇ। ਉਹਦੇ ਲਈ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਸੰਗੀ ਸਾਥੀ ਸਗਲ ਤਰਾਈ, ਉਹਨਾਂ ਨੂੰ ਤਾਰ ਲੈ, ਸ੍ਰੇਸ਼ਟ ਬੁੱਧੀ ਕਰਦੇ ਨਾਲ ਰਲਾ ਲੈ। ਕਰ ਕਿਰਪਾ ਆਪਣਾ ਦਾਸ ਕੀਨੋ, ਬੰਧਨ ਤੋੜ ਨਿਰਾਰੇ। ਤੋੜ ਦੇ ਬੰਧਨ ਉਹਨਾਂ ਦੇ, ਜਪ ਜਪ ਨਾਮ ਜੀਵਾਂ ਤੇਰੀ ਬਾਣੀ, ਨਾਨਕ ਦਾਸ ਬਲਿਹਾਰੇ। ਕਦੋਂ? ਜਦੋਂ ਗੁਰੂ ਦੇ ਚਰਨ ਹਿਰਦੇ ਵਿੱਚ ਪ੍ਰਵੇਸ਼ ਕਰ ਜਾਏ। ਕੇ ਚਰਨ ਹਿਰਦੈ ਪਰਵੇਸਾ, ਕੇ ਚਰਨ ਹਿਰਦੈ ਪਰਵੇਸਾ, ਕੇ ਚਰਨ। के चरण हृदय परवेसा, रोग शोक सब दुख विनाशे, उतरे सगल कलेसा। सगल कलेसा, के चरण हृदय परवेसा, के चरण। परवेशा, के चरण के चरण, के चरण के चरण, हृदय परवेशा, के चरण हृदय परवेशा, के चरण हृदय पर